टीका जो लोग ला के मझां चोंदे ने, हाँ जी, ਉਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਜਿਹੜਾ ਟੀਕਾ ਨਾ ਮੱਝਾਂ ਚੋਣ ਵਾਲਾ, ਇਹ ਟੀਕਾ ਜਿਹੜਾ ਨਾ ਇੱਕ ਕਾਲਾ ਪਾਉਂਦਾ ਡੰਗਰ ਨੂੰ, ਤਰਫਾਉਂਦਾ ਹੈ, ਦਿਲ ਨੂੰ ਸੋੜ ਕਰਦਾ ਹੈ। ਭਾਵੇਂ ਸਾਰਾ ਦਿਨ ਡਾਂਗਾ ਮਾਰਦੇ ਰਹੀਏ ਨਾ, ਦੁੱਧ ਨਹੀਂ ਡੰਗਰ ਲਾਉਂਦਾ। ਤੇ ਇਹਦੀ ਇੱਕ ਚੁੰਝ ਲੱਗਣ ਦੇ ਉਸੇ ਵੇਲੇ ਥੱਲੇ ਇਹਨੇ ਇੱਕ ਯਕਦਮ ਤਰਫਾੜ ਪਾ ਲੈਣਾ ਡੰਗਰ ਦੇ ਦਿਲ ਨੂੰ, ਘੋਟਣਾ ਹੈ, ਫਿਰ ਇਹਨੇ ਦੁੱਧ ਲਾ ਲੈਣਾ। ਤੇ ਅਗਰ ਡੰਗਰ ਸੂਣ ਵਾਲਾ ਹੋਏ ਨਾ, ਝੱਲ ਜਾਏ ਉਹ ਟੀਕਾ, ਤੇ ਉਹ ਝੱਲ ਜਾਂਦਾ, ਉਹ ਕਰਵਾਉਂਦਾ ਨਹੀਂ ਡੰਗਰ। ਤੇ ਜਿਹੜਾ ਡੰਗਰ ਨੂੰ ਟੀਕਾ ਕਦੀ ਲਾਵਾਂਗੇ ਨਾ, ਮਿਸਾਲ 3 ਮਹੀਨੇ ਦਾ ਹੋਇਆ ਡੰਗਰ, ਗੱਭਣ 4 ਮਹੀਨਿਆਂ ਦਾ ਹੋਇਆ, ਉਹਨੂੰ ਟੀਕਾ ਠੋਕਾਂਗੇ, ਇੱਕ ਦਿਨ ਠੋਕਿਆ, ਦੂਜੇ ਦਿਨ ਠੋਕਿਆ, ਯਾਦ ਆ ਰਹੀ ਇੰਨਾ ਹੀ ਨਰਮ ਕਰਦਾ ਹੈ। ਸਹੀ ਹੈ। ਹਾਂ, ਤੇ ਜਿਹੜੇ ਲੋਕ ਟੀਕਾ ਲਾ ਕੇ ਦੁੱਧ ਚੋਂਦੇ ਨੇ, ਹਾਂਜੀ, ਉਹ ਦੁੱਧ ਦੇ ਵਿੱਚ ਵੀ ਕੋਈ ਅਸਰਾਤ ਪਾਈ ਜਾਂਦੇ ਨੇ? ਇਹਦੇ ਅਸਰ ਹੁੰਦੇ ਨੇ, ਇਹਦੇ ਅਸਰ ਹੁੰਦੇ ਨੇ। ਸਾਡੇ ਹੁਣ ਜੋੜਾਂ 'ਚ ਦਰਦਾਂ ਹੁੰਦੀਆਂ ਨੇ ਨਾ, ਅੱਛਾ, ਇਹ ਟੀਕੇ ਦੀਆਂ ਵਜ੍ਹਾ ਹੁੰਦੀਆਂ ਨੇ। ਮੈਂ ਸੁਣਿਆ ਕਿ ਜਿਹੜੇ ਬੱਚੇ ਜਲਦੀ ਬਾਲਗ ਹੋ ਜਾਂਦੇ ਨੇ, ਹਾਂਜੀ, ਜਿਹੜਾ ਦਿਲ ਘਬਰਾਉਂਦਾ ਹੈ, ਹਾਂਜੀ, ਜਿਹੜਾ ਬਲੱਡ ਪ੍ਰੈਸ਼ਰ ਲੋਕਾਂ ਦਾ ਵੱਧ ਜਾਂਦਾ ਹੈ, ਜਾਂ ਮੁxtਲਿਫ ਕਿਸਮ ਦੀਆਂ ਬਿਮਾਰੀਆਂ ਨੇ, ਜੀ ਜੀ, ਇਹ ਉਹ ਜਿਹੜਾ ਮੱਝਾਂ ਨੂੰ, ਗਾਈਆਂ ਨੂੰ ਟੀਕਾ ਲੱਗਦਾ ਹੈ, ਹਾਂਜੀ, ਉਹੀ ਜਰਾਸੀਮ ਜਿਹੜੇ ਨੇ ਉਹ ਸਾਡੇ ਵਿੱਚ ਮੁੰਤਕਿਲ ਹੁੰਦੇ ਨੇ। ਹਾਂਜੀ, ਇਹ ਗੱਲ ਦਰੁਸਤ ਹੈ? ਇਹ ਬਿਲਕੁਲ ਦਰੁਸਤ ਹੈ, ਕਿਉਂਕਿ ਟੀਕਾ ਨੇ ਇੱਕ ਟੀਕਾ ਜਿਹਦੇ ਨੇ ਜਾਨਵਰ ਨੂੰ ਲੱਗਦਾ, ਕਾਲਿਆਂ ਪੈਂਦਾ, ਦੁੱਧ ਮਿੰਟ ਮਿੰਟ ਸੁੱਟਦਾ, ਉਹ ਦੁੱਧ ਵਿੱਚ ਅਸਰ ਜਾਂਦਾ ਨਾ। ਜੋ ਕੋਈ ਉਹਨੇ ਖਾਦ ਪਾਣੀ ਨਾ ਜ਼ਮੀਨ ਦੇ ਵਿੱਚ, ਅਸੀਂ ਕਹਿੰਦੇ ਹਾਂ ਸਾਡੇ ਡੰਗਰ ਦੇਸੀ ਨਾ, ਸਾਡੇ ਡੰਗਰ ਵੀ ਦੇਸੀ ਨਹੀਂ ਰਹੇ, ਘਿਓ ਦੇਸੀ ਬਣਾਉਂਦੇ ਆ, ਬਣਦਾ ਹੀ ਨਹੀਂ। ਇਹਦੇ ਵਿੱਚ ਯੂਰੀਆ ਹੈ, ਮਸਾਲਾ ਹੈ, ਸਪਰੇਆਂ ਨਾਲ 8-8 ਸਪਰੇਆਂ ਕਰਨੇ ਆ, ਤੇ ਸਾਰੀ ਖੁਰਾਕ ਇਹਦੇ ਵਿੱਚ ਜਾਂਦੀ। ਤੇ ਜਿਹੜੇ ਬੰਦੇ ਮੱਝਾਂ ਟੀਕਾ ਲਾ ਕੇ ਚਾਹੁੰਦੇ ਨੇ ਜੀ, 3 ਤਰ੍ਹਾਂ ਦੇ ਨੇ। ਕੁਝ ਕਹਿੰਦੇ ਨੇ ਸਾਡੀ ਮਜਬੂਰੀ ਹੈ, ਹਾਂਜੀ, ਕਿਉਂਕਿ ਮੱਝ ਦੁੱਧ ਨਹੀਂ ਦਿੰਦੀ, ਤੇ ਅਸੀਂ ਕੀ ਕਰੀਏ। ਜੀ, ਕੁਝ ਕਹਿੰਦੇ ਨੇ ਕਿ ਮੱਝ ਟਾਈਮ ਨਾਲ ਨਹੀਂ ਮਿਲਦੀ, ਹਾਂਜੀ, ਅਸੀਂ ਹੁਣ ਦੁੱਧ ਅੱਗੇ ਵੇਚਣਾ ਹੁੰਦਾ ਹੈ, ਅਸੀਂ ਹੁਣ ਕੀ ਕਰੀਏ। ਜੀ, ਤੇ ਕੁਝ ਜਿਹੜੇ ਨੇ ਉਹ ਦੁੱਧ ਵਧਾਉਣ ਵਾਸਤੇ ਉਹਨੂੰ ਟੀਕਾ ਲਾ ਲੈਂਦੇ ਨੇ, ਯਾਨੀ ਕਿ ਦੁੱਧ ਸਾਡਾ ਘਟੇ ਨਾ, ਮੱਝ ਦਿੰਦੀ ਮਿਲਦੀ ਨਹੀਂ, ਦੇਈ ਜਾਏ। ਜੀ, ਕੁਝ ਲੋਕ ਇਹਨੂੰ ਜਾਇਜ਼ ਕਰਾ ਦਿੰਦੇ ਨੇ, ਕੁਝ ਕਹਿੰਦੇ ਨੇ ਕਿ ਜਾਨਵਰ ਨਾਲ ਜ਼ਿਆਦਤੀ ਹੈ। ਹਾਂਜੀ, ਤੁਹਾਡਾ ਨਿਚੋੜ ਕੀ ਹੈ? ਹੁਣ ਵੇਖੋ ਜੀ, ਮਜਬੂਰੀ ਨੇ ਜੀ, ਇੱਕ ਡੰਗਰ ਇਹ ਮਿਲਦਾ ਹੀ ਨਹੀਂ, ਠੀਕ ਹੈ, ਉਹ ਪਹਾੜੀ ਨੂੰ ਮੰਨਦਾ ਹੀ ਨਹੀਂ, ਸਹੀ ਹੈ, ਤੇ ਉਹਨੂੰ ਟੀਕਾ ਲਾਣਾ ਹੈ। ਇਹਨਾਂ ਦਸਤੂਰੀ ਵੀ ਹੈ ਕਿ ਉਹਨੂੰ ਲਾ ਲਓ, ਲਾ ਕੇ ਉਹਦਾ ਦੁੱਧ ਇਹਨਾਂ ਚੋਲੋ, ਕਿਉਂਕਿ ਦੁੱਧ ਸੁੱਕੇ ਦੇ ਨਹੀਂ ਨਾ। ਬਿਲਕੁਲ। ਤੇ ਅਗਰ 2 ਦਿਨ 3 ਦਿਨ ਲਾਓ ਉਹਨੂੰ, ਲਾ ਕੇ ਉਸ ਤੋਂ ਬਾਅਦ ਉਹਨੂੰ ਪਹਾੜਾ ਪਾਓ, ਉਹਨੂੰ ਚਲਾਓ ਕਿ ਚੱਲਦਾ ਮੇਰਾ ਹੱਥ ਨਹੀਂ, ਜੇ ਹੱਥ ਚੱਲ ਜਾਏ ਫਿਰ ਛੱਡ ਛੱਡੋ, ਠੀਕ ਹੈ। ਤੇ ਜੇ ਉਹ ਮਿਲ ਜਾਣਾ ਪਹਾੜੇ ਦੇ, ਤੇ ਫਿਰ ਉਹਨੂੰ ਟੀਕਾ ਛੱਡ ਛੱਡੋ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਕ ਸਾਨੂੰ ਨਾ ਬੰਦੇ ਨੇ ਝੰਗ ਤੋਂ ਫੋਨ ਕੀਤਾ, ਉਹਨੇ ਕਿਹਾ ਜੀ ਇੱਕ ਟੀਕਾ ਹੈ ਜੀ, ਉਹ ਟੀਕਾ ਇਸ ਤਰ੍ਹਾਂ ਦਾ ਟੀਕਾ ਹੈ ਕਿ ਅਗਰ ਉਹ ਟੀਕਾ ਲਾਈਏ ਨਾ, ਹਾਂਜੀ, ਜਿਹੜਾ ਮੱਝ ਦੇ ਜਿਸਮ ਦੇ ਵਿੱਚ ਦੁੱਧ ਰੁਕਿਆ ਹੁੰਦਾ ਹੈ, ਹਾਂਜੀ, ਉਹ ਸਾਰਾ ਉਹਦੇ ਬਹਾਨੇ 'ਚ ਆ ਜਾਂਦਾ ਹੈ। ਹਾਂਜੀ, ਤੇ ਤੁਹਾਡੀ ਨਜ਼ਰ 'ਚ ਇੰਜ ਦਾ ਕੋਈ ਨੁਸਖਾ ਲਾਣਾ ਚਾਹੀਦਾ ਹੈ ਜਾਨਵਰ ਨੂੰ, ਜਾਂ ਫਿਰ ਨਹੀਂ ਲਾਣਾ ਚਾਹੀਦਾ? ਨਹੀਂ ਲਾਣਾ ਚਾਹੀਦਾ। ਉਹਦੀ ਕੀ ਵਜ੍ਹਾ? ਇਹਦੀ ਵਜ੍ਹਾ ਹੈ ਕਿ ਅੱਲਾਹ ਪਾਕ ਨੇ ਜੋ ਜਰੀਆ ਬਣਾਇਆ ਹੈ ਨਾ, ਉਹ ਆਪਣੇ ਜਰੀਏ ਨਾਲ ਆਰਾਮ ਨਾਲ ਲਿਆਂਦਾ ਹੈ। ਸਹੀ ਹੈ। ਤੇ ਉਹ ਜਿਹੜੇ ਨਾ ਦਰੁਸਤ ਹੈ। ਇੱਕ ਮਿਸਾਲੇ ਟੀਕੇ ਨਾਲ ਟੁਕਰਾਂਗੇ ਸੀ, ਉਹਨੇ ਇੱਕ ਅਸੀਂ ਵੀ ਦੇਖਾ ਉਹਨੇ ਜੋ ਵੀ ਹੈ ਟੀਕਾ ਵਜੂਦ ਨੂੰ ਸਾਡੇ ਨੂੰ ਲੱਗੇ ਕਿੰਨਾ ਪ੍ਰਭਾਵ ਹੁੰਦਾ ਹੈ। ਬਿਲਕੁਲ। ਹਾਂ, ਉਹ ਨਹੀਂ ਜਾਇਜ਼। ਉਹ ਖਰਾਕ ਨਾਲ ਦੁੱਧ ਵਧੇ ਡੰਗਰ, ਉਹਦੀ ਗੱਲ ਵੱਖਰੀ ਹੈ। ਸਹੀ ਹੈ। ਹਾਂ, ਉਹ ਫਿਰ ਜਾਨਵਰ ਜਿਹੜਾ ਜਾਂਦਾ ਰਹਿੰਦਾ, ਜਾਨਵਰ ਨਹੀਂ ਤਗੜਾ ਨਹੀਂ ਹੁੰਦਾ, ਸੇਲ ਵਿੱਚ ਨਹੀਂ ਰਹੇਗਾ। ਯਾਨੀ ਤੁਹਾਡੇ ਤਜਰਬੇ ਦੇ ਮੁਤਾਬਕ ਅਗਰ ਇੰਜ ਦਾ ਪੁੱਠਾ ਸਿੱਧਾ ਨੁਸਖਾ ਲਾਈਏ, ਹਾਂਜੀ, ਦੁੱਧ ਤੇ ਉੱਤਰ ਆਏਗਾ, ਹਾਂਜੀ, ਲੇਕਿਨ ਉਹ ਨਾਲ ਜਾਨਵਰ ਨੂੰ ਵੀ ਖੋਰ ਛੜੇਗਾ। ਖੋਰੇਗਾ ਨਾ, ਜਿੰਨੀ ਮਦਾਗ ਨੇ ਜਾਨਵਰ ਦੀ, ਜਿੰਨੇ ਉਹਦੀ ਜ਼ਰੂਰਤ ਹੈ ਇੰਨਾ ਹੀ ਦੁੱਧ ਦੇਣਾ ਉਹਨੇ। ਸਹੀ ਹੈ। ਜੋ ਤੁਸੀਂ ਬਾਤ ਕਰਾਂਗੇ ਫਿਰ ਉਹਦੇ ਤੇ ਬੋਝ ਪੈਂਦਾ ਹੈ। ਅਸੀਂ ਉਹ ਭਾਰ ਚੁੱਕਣ ਵਾਲੀਆਂ 20 ਸਿਰ ਚੁੱਕ ਲਈਏ ਮਾਰ, ਤੇ ਅਸਾਂ ਕਦੋਂ ਲੱਤ ਵਡਾਉਣੀ ਹੈ ਸਾਡੀ। ਬਿਲਕੁਲ। ਯਾਨੀ ਕਿ ਜਾਨਵਰ ਦੇ ਨਾਲ ਇਹੋ ਜਿਹਾ ਪੁੱਠਾ ਸਿੱਧਾ ਨਹੀਂ, ਇਸ ਵੇਲੇ ਪੁੱਠੇ ਸਿੱਧੇ ਕੰਮ ਨਹੀਂ ਕਰਨੇ ਹੈ। ਖੁਰਾਕ ਵਿੱਚ ਦਿਓ, ਖੁਰਾਕ ਜਿੰਨੀ ਖਾ ਸਕਦਾ, ਜਿੰਨੀ ਖਾਂਦਾ ਡੰਗਰ ਉਹ ਦਿਓ, ਉਹਦੇ ਨਾਲ ਵਧੇ ਜਿੰਨੀ ਵਧੇ। ਸਹੀ ਹੋ ਗਿਆ। ਹੁਣ ਆਖਰ ਤੇ ਇਹ ਦੱਸਣਾ ਜੀ ਕਿ ਅਗਰ ਟੀਕੇ ਤੇ ਅਸੀਂ ਨਹੀਂ ਟੀਕਾ ਲਾਉਂਦੇ ਜੀ, ਤੇ ਜਾਨਵਰ ਦੁੱਧ ਵੀ ਘਟਾ ਗਿਆ, ਹਾਂਜੀ, ਤੇ ਅਗਰ ਉਹ ਉਂਝ ਦੁੱਧ ਜਿਸ ਤਰ੍ਹਾਂ ਸੁਕਾ ਜਾਂਦਾ ਹੈ, ਉਹ ਅਗਰ ਸੁਕਾ ਗਿਆ, ਉਹਦਾ ਫਿਰ ਕੀ ਸਾਨੂੰ ਇਲਾਜ ਕਰਨਾ ਚਾਹੀਦਾ ਤਾਂ ਕਿ ਸਾਨੂੰ ਨੁਕਸਾਨ ਦੇਣਾ ਨਾ ਹੋਏ, ਪੱਠੇ ਪੱਲੀ ਉਹਦੇ ਨਾਲ ਨਾ ਪੈਣ? ਪੱਠੇ ਪੱਲੇ ਇਹਦੇ ਉਹਨੇ ਬੋਲਣਾ ਹੈ ਨਾ, ਤੇ ਇਹਦੇ ਉਹਨੇ ਜਿਹੜੇ ਡੰਗਰ ਸੁਣਦਾ ਹੈ ਨਾ, ਇਹਨੂੰ ਲਾਜ਼ਮੀ ਡੰਗਰ ਨੂੰ ਜਿਹੜੇ ਨੇ ਘਿਓ ਥੋੜਾ ਬਹੁਤਾ ਦੇਣਾ ਚਾਹੀਦਾ। ਜਦੋਂ ਡੰਗਰ ਸੂਏ ਕਿਹੜਾ ਘਿਓ? ਦੇਸੀ। ਕਿੰਨਾ ਕੁ ਦਈਏ? ਇਹ ਮਿਸਾਲ ਦਾ ਕਿਲੋ ਦੇ ਹੋਣਾ ਚਾਹੀਦਾ ਡੰਗਰ ਨੂੰ ਸੂਣ ਵਾਲੇ। ਜ਼ਬਰਦਸਤ। 1 ਕਿਲੋ ਤੋਂ ਬਾਜ਼ਾਰ ਜਿਹੜਾ ਫਿਰ ਇਹ ਸੂਏਗਾ ਨਾ, ਖੁਸ਼ ਕਰੇਗਾ, ਇਹ ਸਾਲ ਤੋਂ ਬਾਅਦ ਸੋਰੇਗਾ। ਸਹੀ। ਤੇ ਜੇ ਇਹਨੂੰ ਘਿਓ ਮਿਲ ਜਾਏ 2-4 ਦਿਨ 10 ਦਿਨ ਪਹਿਲਾਂ ਮਿਲਦਾ ਰਹੇ ਥੋੜਾ ਸੂਣ ਦੇ ਟਾਈਮ ਵੀ ਇਹਨੂੰ ਇੱਕ ਨਾਲ ਮਿਲ ਜਾਏ, ਤੇ 3 ਮਹੀਨੇ 4 ਡੰਗਰ ਕੱਢਦਾ ਤੇ ਨਵੇਂ ਹੋ ਜਾਂਦੇ। ਜ਼ਬਰਦਸਤ। ਕਿਉਂਕਿ ਉਹ ਅੱਲੇ ਡੰਗਰ ਨੂੰ ਪੈਂਦੀ ਅੰਦਰ ਗਰਮੈਸ਼, ਉਹ ਗਰਮੈਸ਼ ਜਾਂਦੀ ਹੈ ਨਹੀਂ। ਸਹੀ ਹੈ। ਤੇ ਜਿਹੜੇ ਸੁੱਕੇ ਸਵਾਨੀਆਂ ਨੇ ਸੀ ਉਹ ਸਾਲ 1.5 ਸਾਲ ਪਿੱਛੇ ਨਹੀਂ ਦੇਖਦੇ। ਠੀਕ ਹੋ ਗਿਆ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅਗਰ ਜਾਨਵਰ ਦੀ ਸੂਣ ਤੋਂ ਪਹਿਲੇ, ਸੂਣ ਤੋਂ ਬਾਅਦ ਸੇਵਾ ਕਰ ਲਈਏ। ਹਾਂਜੀ, ਸੂਣ ਤੋਂ ਪਹਿਲਾਂ ਇਹਦੀ ਸੇਵਾ ਕਰ ਲਈਏ, ਥੋੜੇ ਇਹਨੂੰ ਗਰਮ ਕਰ ਲਈਏ,
फिर ये दुरुस्त रहेगा, अगू भी गर्म रहेगा। सही है। तो दुध नहीं वो सुकाएगा? नहीं सुकाएगा, दुध अल्लाह की मेहरबानी क्यों सुकाना है। दुध तो बेची मईयां बनती है ना, बेची बनदिया सूपे ने महीने छड़िया मुल सूपे नहीं। बिल्कुल सही है। ते कुछ लोग कहते हैं कि दुध जो मझ गबन होइए तैयार होइए सूण वाली होए ते वो कोई महीना दो पहले दुध नहीं धोना चाहिए, तुसी की आंदे हो? नहीं, जिले तैयार हो जाए ना, सूण वाली हो गई है, सूण वाली जिले हो जाए इनू 6 महीने भी 7 महीने भी चो लेने। कई बार गाइयां साड़ियां ना 8-8 महीने चो लेने, 1 महीना छड़, 1 महीना छड़। एक महीना बेहतर की है, 2 या 1? नहीं, एक बेहतर है सील डंगर है ना, वो एक बेहतर है। तो जी ना खोरियां खारियां उन्हें पंजा में ਉਂਝ नस जांदियां। सही है। बहुतियां पंजा में नस जांदियां, उन्हें नेड़े लगन दिंदियां। यह 100 चों एक डंगर जाता है 8 ਦੇ 9 ਦੇ। सही हो। ਜਾਂ फिर टीके ना जाता है, जबरदस्त जिहा टीका चल जाए डंगर, करवावे नहीं डंगर। मिसाल का रोज टीके लगता है इन्होंने 7 महीने चो लिया 8 चो लिया, टीके या वरना दे जाता है। सही हो गया। अच्छा, एक सोकड़ा हो जाता जानवरों को? हाँ जी। यानी उन्होंने जिन्ने मर्जी पट्ठे पाओ, जो मर्जी करो, उन्होंने को अंदर कोई जहर वाली चीज़ ऐसी खा ली होंगी है, ਉਹਦਾ कोई ऐसा मामला हो गया होंगे कि उन्होंने पट्ठे लगते ही नहीं, वो सुकदा जाता है, ਉਹਦਾ ਕੀ इलाज करिए? ਉਹਦਾ इलाज जी बन जाता है ਜ਼ਹਿਰ, मिठा ਜ਼ਹਿਰ। ਜ਼ਹਿਰ कहने ਹੁੰਦੇ ਨੇ खून ਦੇ किरम, खून ਵਿੱਚ खून ਦੇ किरम ਹੁੰਦੇ ਨੇ, खून ਖਾਂਦੇ ਨੇ। हाँ जी, किरम भी खून ਵਿੱਚ ਹੁੰਦੇ ਨਾ। ਇਹਦੀ ਜੇ ਹੁਣ ਲਿਆ ਕੇ ਅਸੀਂ ਦਵਾਈਆਂ ਵੀ ਇਸਤੇਮਾਲ ਕਰਨੇ ਆ ਤੇ ਉਹਦੀ ਜੇ ਆਪਣੇ ਨੁਕਤੇ ਕਰੀਏ ਦੇਸੀ ਨੁਕਤਾ ਦੇ ਜਿਹੜਾ ਅੱਕ ਦੁੱਧ ਵਾਲਾ ਨਾ, ठीक है, दूध वाला अक ਇਹਦੀਆਂ ਜੜ੍ਹਾਂ ਕੱਢੀਏ ਨਾ, ਜੜ੍ਹਾਂ ਕੱਢ ਕੇ ਨਾ ਕੋਈ ਆਸਰ, अच्छा 200 ਪਾ ਕੇ ਪਾਣੀ ਦੇ, ठीक है, ਕੁਝ ਜਿਹਦੇ ਵਿੱਚ ਪਾ ਕੇ ਤੇ ਇਹਨੂੰ ਬੰਦ ਕਰਕੇ ਤੇ ਅੱਗ ਦੇ ਵਿੱਚ ਦੱਬ ਛੜੇ, ਚਾਟੀ ਦੇ ਵਿੱਚ ਰੱਖ ਕੇ ਭਾਂਡੇ ਵਿੱਚ, ठीक है, ਇਹ ਸੜਦਾ ਰਵੇ 2-3 ਦਿਨ ਦਾ ਪਾਣੀ ਵਿੱਚ ਹੀ ਮੁੱਕ ਜਾਣਾ, ਸਾਗ ਵਾਲਾ ਲਿਖਾ ਨਹੀਂ ਗਲ ਜਾਣੀ ਵਿੱਚ। ठीक हो गया। ਇਹ ਨੁਕਤਾ ਜਿਹੜਾ ਨਾ ਜਿੰਨਾ ਬੇਰ ਨਹੀਂ ਡੋਡਾ ਦਰੈਂਗ ਦਾ जी जी, ਇੰਨਾ ਕੱਢ ਕੇ ਮੂੰਹ ਦੀ ਜੀਭ ਦੇ ਡੰਗਰ ਤੇ ਲਾਓ, कोई 15 दिन या 10 दिन लाहड़ा डोडा तो जहर नहीं लगा रहा। सही हो गया। जड़ा ए नुस्खा अगर लाहड़ी है, हाँ जी, तो वो जरा मिठा जहर है, सार मिठा भी कोई खून च किरम ने मुक जाएगा, सब कुछ ठीक हो जाएगा, जानवर दा सोकड़ा मुक जाएगा, सोकड़ा मुकेगा जी ना। जबरदस्त। ते दूसरा है कि जानवर सोकड़ा भी करता है, पट्ठे नहीं खाता। हां, ये 1 किलो पा देने मिर्चा, लाल मिर्च, ठीक है, 1 किलो पा देने फरकड़ी, ठीक है, 1 किलो पानी जीरी, ठीक है, पा के इन्हू इस तरह कुछ बंद कर छड़ना। सही है। बंद करके मट्ठी अग गोहे विच रख छड़ना, ते इहदे विच कोई 200 नाल पानी दे पा लेने, ठीक है, वो बेची साड़ सुट के ना, बेची साग बन जाने, ते ओहदे विच सुट के फिर ताजे गंढे कुतर के बिच सुट लिए, अजकर कुट के सुट ली, सुट के भांडे दे विच पा के इन्नी चुंडी कढ़ के दे आ, जो कोई मर्जी डंगर दे रख खाई जांदा, फिर डंगर भैड़ा नहीं पैना। फिर अगर ऊंज पट्ठे छड़ छड़े ते पट्ठे छड़े ते इहदे नाल ए जेह्ड़ा इलाज कीता ना मैं, ये नुस्खा बना के ये मैं खुद कीता है, घर कीता, मैनूं किसी दस्सिया सी, मैं घर करके जमाया ते मेरे को पूरा नहीं होया। एक मई मेरी सुखदी इंजे रेग करती थी भी मरन दे टैबल थी डुल गई, उन्हें दस्सिया मैं क्या जहर है पुट्ठे, मैं लिया पानी बिच पाया, पा के ते भांडे दे विच रखिया, रख के थोड़ा बोआला कराया, उन्हें छूंकर मारदा है ते इन्हें छूना छंड परां करा दिया, और मैं छड्ड छड़िया, मैं दफा कर परां, एवं झड़का जा मसला है, माझी ना मर जाए। मैं फिर एकदम बाल साहब मेरे नाल लड़े, तू बनाने लगा, तू बनाया क्यों नहीं, इन्हें दिता क्यों नहीं, और मैं चुप हो जाना, अद्ध पा पानी कढ़ के उहदे विचों उस मई ने अंदर सुट्टिया, उस मई ने अंदर सुट्टिया, सुट के ते खोल लियां, खोल के लिया यार, जिद्द नहीं वो पानी गया ना, उस पानी ने पुट पासे छड़े, ऐ थां जो मास नहीं लथ जाता, इस तरह ला दिया सब, ला के फिर उन्हें चढ़ी करकनी, बोतल लग गया ना, जो कुत्ते साही नहीं चढ़ती, कुत्ते में साह चढ़ता है इंज, एक बाल्टी लस्सी बनाई मैं दी कच्ची, दे 2 दिन उन्हें मूँह पुटिया, तीसरे दिन उठ के पे उन्हें कहा जो कोई मर्जी है सुट, मैं नगाई आऊँ, मैं रज्जा भी नहीं तेरे को, खा के वो सानी बन गई, कोई अल्लाह की शह नहीं कर दी। हाँ जी, यह फार्मूला दोबारा बोले, मिकदार भी बोले। हाँ जी, यह ना बनाना ना अकल अक का, ये जबरदस्त बहुता नहीं देना, बहुता दे रही, फिर दसिया मैं जासी कर बैठा ना ਉਹਦੇ मैं पानी कढ़ के ना दे बैठा अद्ध पा, ਉਹਦੇ ਨਾਲ ਇਹ कि निकल गया नुक्स, बच गई। ਇਹਦਾ मरण का भी डर है ना, ये भी जहर है, ਇਹਨੂੰ ਜ਼ਹਿਰ ਨੂੰ तरीके ਨਾਲ देईदा, ਜ਼ਹਿਰ मार के ना ਇਹਦਾ ਤੇ ਫਿਰ ਇਹਨੂੰ देना भी पूरा ਜਿਹਾ ਐਵੇਂ बेर जिन्नी एक थोड़ा है बांटे जिन्ना। ठीक हो गया। ते आखिर तो सानू दसो कि मझ सूण वाली है, गाय सूण वाली है, उस तो पहले की एहतियात करिए ते सूण तो बाद की एहतियात करिए? सूण तो पहले किहड़ी-किहड़ियां चीज़ां नूं दईए, किहड़ी-किहड़ी गल दा ध्यान रखिए?
ਧਿਆਨ ਦੇ ਉਹਦਾ ਇਹੋ ਹੀ ਹੈ ਕਿ ਦੇਖਣਾ ਗਾਈ ਕਰਦੀ ਕੀ ਹੈ ਨਹੀਂ ਕਰਦੀ ਕੀ ਹੈ, ਕੋਈ ਪਿੱਛੇ ਛਿੱਛੇ ਦਾ ਜ਼ੋਰ ਨਹੀਂ ਰੱਖਦੀ। ਜਿਹੜੀ ਕੋਈ ਪਿੱਛੇ ਦਾ ਜ਼ੋਰ ਰੱਖੇ ਨਾ ਉਹਨੂੰ ਫਿਰ ਇਹ ਘਿਓ ਸ਼ੋ ਘੱਟ ਦੇਈਦਾ ਹੈ। ਸਹੀ ਹੈ। ਕਿਉਂਕਿ ਉਹ ਅੱਗੇ ਨਰਮ ਹੁੰਦੀ ਹੈ, ਫਿਰ ਇਹ ਦਿਆਂਗੇ ਫਿਰ ਉਹ ਖਲੋਤੀ ਵੀ ਪਈ ਸੁੱਟਦੀ ਹੈ, ਨਰਮ ਹੋ ਜਾਂਦੀ ਹੈ। ਸਹੀ ਹੈ। ਇਹ ਘਿਓ ਦਾ ਕੰਮ ਹੈ ਡੰਗਰ ਨੂੰ ਨਰਮ ਕਰਨਾ। ਠੀਕ ਹੈ। ਗਰਮ ਕਰਨਾ ਤੇ ਨਰਮ ਕਰਨਾ ਡੰਗਰ ਸੂੰਦਾ ਸੌਖਾ ਹੈ। ਸਹੀ ਹੈ। ਡੰਗਰ ਨੂੰ ਐਡੀ ਤਕਲੀਫ ਨਹੀਂ ਹੁੰਦੀ। ਠੀਕ ਹੈ। ਤੇ ਅਗਰ ਇਹ ਖੁਸ਼ਕ ਸੁਆਂਗੇ ਨਾ ਫਿਰ ਉਹ ਡੰਗਰ ਤਕਲੀਫ ਨਾਲ ਸੁਣਾ ਰਿਹਾ ਉਹਨੇ ਤਕਲੀਫ ਬੜੀ ਹੁੰਦੀ ਹੈ। ਸਹੀ ਹੈ। ਹਾਂ ਤੇ ਉਹਨੇ ਇਹ ਦੇਖਣਾ ਪਹਿਲਾਂ ਕਿ ਮੇਰਾ ਡੰਗਰ ਕੋਈ ਨੁਕਸਦਾਰ ਦੇ ਨਹੀਂ ਹੈ। ਜੇ ਪਿੱਛੇ ਦਾ ਨੁਕਸਦਾਰ ਹੋਵੇ ਫਿਰ ਨਹੀਂ ਦੇਣਾਗੇ। ਸਹੀ ਹੈ। ਹਾਂ ਤੇ ਅਗਰ ਸੂਬੇ ਦੇ ਬਾਅਦ ਕੁਝ ਲੋਕ ਕਹਿੰਦੇ ਨੇ ਇਹਨੂੰ ਗੁੜ ਦਵੋ ਨਾਲ ਘੁੰਗਣੀਆਂ ਦਵੋ ਕਣਕ ਦੀਆਂ, ਉਹ ਕਣਕ ਦੀਆਂ ਦਿੰਦੇ ਆ ਨਾ ਘੁੰਗਣੀਆਂ ਬਵਾ ਕੇ। ਅਗਰ ਸੂਇਆ ਕੋਈ ਡੰਗਰ ਨੂੰ 8 ਦਿਨਾਂ ਨੂੰ ਬਾਅਦ ਜਾ ਕੇ ਜਿਹੜਾ ਨੁਕਸਾ ਮਰਜ਼ੀ ਲਾ ਲਿਆ 8 ਦਿਨਾਂ ਨੂੰ ਬਾਅਦ ਲਾਣਾ ਉਰੇ ਨਹੀਂ ਲਾਣਾ। ਬਿਲਕੁਲ। ਕਿਉਂਕਿ ਪਹਿਲੇ ਜਿਸਮ ਕੱਚਾ ਹੈ। ਜਦੋਂ ਉਹ ਪੱਕ ਜਾਏਗਾ ਨਾ ਫਿਰ ਉਹਨੂੰ ਜਿਹੜਾ ਮਰਜ਼ੀ ਨੁਕਸਾ ਲਾ ਲੈ। ਸਹੀ ਹੈ। ਫਿਰ ਉਹਦਾ ਵਿਗਾੜ ਕੋਈ ਨਹੀਂ। ਉਸ ਤੋਂ ਪਹਿਲਾਂ ਨੁਕਸਾ ਲਾਏਗਾ ਕੋਈ ਭੈੜਾ ਨੁਕਸਾ ਲੱਗ ਗਿਆ ਦੁੱਧ ਬਹਿ ਜਾਏਗਾ ਜਾਂ ਕਚਾਲੀ ਕੋਈ ਪੈ ਜਾਏਗੀ ਜਾਂ ਬਹੁਤਾ ਗਰਮ ਕਰ ਛੜੇਗਾ ਪਿੱਛਾ ਮਾਰ ਛੜੇਗੀ। ਸਹੀ ਹੋ ਗਿਆ। ਇਹਦੇ ਨਾਲ ਵੀ ਇੱਕ ਬੰਦੇ ਨੇ ਸਾਨੂੰ ਸਵਾਲ ਪੁੱਛਿਆ ਸੀ ਕਿ ਸਾਡੀ ਮੱਝ ਸੂਈ ਹੈ ਜੀ ਜਾਂ ਗਾਂ ਸੂਈ ਹੈ ਤੇ ਉਹ ਸੂਣ ਦੇ ਬਾਅਦ ਉਹਦਾ ਦੁੱਧ ਉਹਦੇ ਥੱਲੇ ਕੋਈ ਨਹੀਂ ਆਣਾ। ਹਾਂਜੀ। ਉਹ ਕੀ ਵਜ੍ਹਾ ਹੋ ਸਕਦੀ ਹੈ? ਸੂਣ ਦੇ ਬਾਅਦ ਜਿਹੜੇ ਦੁੱਧ ਉਹਨੇ ਪਹਿਲਾਂ ਬਹਾਨੇ ਨਹੀਂ ਬਣਾਇਆ ਹੋਣਾ। ਫਿਰ ਪਹਿਲੇ ਬਹਾਨਾ ਸ਼ਾਇਦ ਫਿਰ ਨਹੀਂ ਉਹ ਪਹਿਲੇ ਬਹਾਨਾ ਫਿਰ ਕਿਸ ਨਾਲ ਬਣਾਈਏ? ਪਹਿਲੇ ਜੇ ਬਹਾਨਾ ਬਣਾਇਆ ਹੁੰਦਾ ਉਹਨੇ ਤੇ ਫਿਰ ਉਹਨੇ ਦੁੱਧ ਵੀ ਦੇਣਾ ਸੀ। ਯਾਨੀ ਕਿ ਸੂਣ ਤੋਂ ਪਹਿਲੇ ਬਹਾਨਾ ਬਣਾਉਣਾ ਜ਼ਰੂਰੀ ਹੈ। ਜ਼ਰੂਰੀ ਹੈ ਡੰਗਰ ਦਾ। ਤੇ ਫਿਰ ਉਹ ਬਹਾਨਾ ਕਿਸ ਤਰ੍ਹਾਂ ਬਣਾਈਏ? ਬਹਾਨਾ ਇਸੇ ਬਣਦਾ ਕਿ ਡੰਗਰ ਜਿੰਨੀ ਮਦਾਦ ਵਾਲਾ ਡੰਗਰ ਹੀ ਨਾ ਜਿਸ ਤਰ੍ਹਾਂ ਦਾ ਡੰਗਰ ਹੈ ਇਸ ਤਰ੍ਹਾਂ ਦਾ ਦੁੱਧ ਹੁੰਦਾ ਹੈ। ਇੱਕ ਜਿਨਸਾਂ ਦਾ ਦੁੱਧ ਜਿਨਸਾਂ ਦੇ ਮੁੱਕਦਾ ਕੋਈ ਡੰਗਰਾਂ ਦੇ ਨਹੀਂ ਮੁੱਕਦਾ। ਬਿਲਕੁਲ। ਇੱਕ ਤੇ ਜਿਨਸ ਹੋ ਗਈ ਨਾ ਕਿਹੜੀ ਨਸਲ ਦੀ? ਕਿਹੜੀ ਨਸਲ ਦੀ? ਤੇ ਦੂਸਰਾ ਉਂਝ ਅਗਰ ਨਸਲ ਵੀ ਚੰਗੀ ਹੋਏ ਜਾਂ ਨਾ ਚੰਗੀ ਹੋਏ ਤੇ ਫਿਰ ਉਹ ਕਿਹੜੀ ਚੀਜ਼ ਦੀ ਤਾਂ ਉਹਦਾ ਬਹਾਨਾ ਫੁੱਲੇ ਉਹਦਾ ਬਹਾਨਾ ਬਣੇ? ਇਹ ਗਾਇ ਦੇ ਨਾਲ ਨਿੰਬੂ ਨਾਲ ਘਿਓ ਨਾਲ ਇਹਦਾ ਇਹ ਦੋਵੇਂ ਚੀਜ਼ਾਂ ਦਿਓ, ਨਿੰਬੂ ਦਿਓ ਘਿਓ ਦਿਓ ਨਾ। ਥਾਣ ਆੜ ਛੈ ਪੱਧਰੀ ਚੰਦੀ ਚੁੰਦਰੀ ਸਭ ਕੋਈ ਕਾਲੇ ਮਿਰਚ ਨਾਲ ਪੀਸ ਕੇ ਘਿਓ ਨਾਲ ਉਹ ਵੀ ਦਿਓ। ਸਹੀ ਹੈ। ਯਾਰ ਬਾਅਦ ਡੰਗਰ ਦੇ ਚੰਦੀ ਚੁੰਦਰੀ ਨੇੜੇ ਨਹੀਂ ਆਉਂਦੀ ਫਿਰ ਉਹਦਾ ਬਣ ਜਾਏਗਾ। ਬਣਦਾ। ਬਹੁਤ ਸ਼ੁਕਰੀਆ ਚਾਚੂ ਜੀ, ਤੁਸੀਂ ਥੋੜੇ ਵਕਤ 'ਚ ਸਾਨੂੰ ਬੜੀਆਂ ਗੱਲਾਂ ਸੁਣਾਈਆਂ ਨੇ। ਅੱਲਾਹ ਤਾਲਾ ਤੁਹਾਨੂੰ ਐਸੇ ਦੀ ਜਜ਼ਾ ਦੇ।